ਮੈਂ ਕਤਰ ਵਿੱਚ ਕੰਮ ਕਰਦਾ ਸੀ। ਹਰ ਮਹੀਨੇ ਕੋਈ ਨਾ ਕੋਈ ਅਣਪਛਾਤਾ ਵਿਅਕਤੀ ਮੇਰੀ ਪਤਨੀ ਨੂੰ ਲੱਖਾਂ ਰੁਪਏ ਦੇ ਜਾਂਦਾ ਅਤੇ ਕਹਿੰਦਾ ਕਿ ਇਹ ਪੈਸੇ ਤੇਰੇ ਪਤੀ ਨੇ ਭੇਜੇ ਹਨ। ਜੇਕਰ ਮੇਰੀ ਪਤਨੀ ਮੈਨੂੰ ਫੋਨ ਕਰਕੇ ਦੱਸਦੀ ਤਾਂ ਮੈਂ ਚਿੰਤਾ ਵਿੱਚ ਪੈ ਜਾਂਦਾ, ਕਿਉਂਕਿ ਮੈਂ ਆਪਣੀ ਪਤਨੀ ਨੂੰ ਪਿਛਲੇ 1 ਸਾਲ ਤੋਂ ਕੋਈ ਪੈਸਾ ਨਹੀਂ ਭੇਜਿਆ ਸੀ। ਮੈਨੂੰ ਇੱਥੇ ਕੋਈ ਕੰਮ ਨਹੀਂ ਮਿਲ ਰਿਹਾ ਸੀ। ਇਸ ਵਾਰ ਆਦਮੀ ਨੇ ਮੇਰੀ ਪਤਨੀ ਨੂੰ 50 ਲੱਖ ਰੁਪਏ ਦਿੱਤੇ ਤਾਂ ਮੇਰੀ ਪਤਨੀ ਨੇ ਨਵਾਂ ਘਰ ਖਰੀਦ ਲਿਆ। ਜਦੋਂ ਮੇਰੀ ਪਤਨੀ ਨੇ ਵੀਡੀਓ ਕਾਲ ਤੇ ਮੈਨੂੰ ਉਹ ਘਰ ਦਿਖਾਇਆ ਤਾਂ ਮੈਂ ਉਸੇ ਸਮੇਂ ਭਾਰਤ ਵਾਪਸ ਆ ਗਿਆ। ਪਰ ਮੇਰਾ ਦਿਲ ਕੰਬ ਗਿਆ ਜਦੋਂ ਉਹ ਆਦਮੀ, ਮੇਰਾ ਨਾਮ ਪ੍ਰਤੀਕ ਸ਼ਰਮਾ ਹੈ, ਮੇਰੇ ਪਿਤਾ ਮਕੈਨਿਕ ਸਨ ਅਤੇ ਵੈਲਡਿੰਗ ਦਾ ਕੰਮ ਕਰਦੇ ਸਨ। ਇੱਕ ਵਾਰ ਉਹ ਘਰੇਲੂ ਕੰਮ ਕਰਦੇ ਸਮੇਂ ਫਿਸਲ ਗਏ ਅਤੇ ਦੂਜੀ ਮੰਜ਼ਿਲ ਤੋਂ ਜ਼ਮੀਨ ਤੇ ਡਿੱਗ ਗਏ ਅਤੇ ਉਹਨਾਂ ਦੀ ਲੱਤ ਟੁੱਟ ਗਈ। ਕੁਝ ਸਮੇਂ ਲਈ ਕੰਮ ਬਿਲਕੁਲ ਬੰਦ ਹੋ ਗਿਆ ਅਤੇ ਮੇਰੀ ਬਚਤ ਇਲਾਜ ਤੇ ਖਰਚ ਹੋ ਗਈ, ਜਿਸ ਕਾਰਨ ਘਰ ਵਿੱਚ ਭੁੱਖਮਰੀ ਦੀ ਸਥਿਤੀ ਬਣ ਗਈ। ਜਿਵੇਂ ਹੀ ਮੈਂ ਹੋਸ਼ ਸੰਭਾਲੀ, ਮੈਂ ਆਪਣੇ ਪਿਤਾ ਜੀ ਦੀ ਮਦਦ ਕਰਨ ਦੇ ਇਰਾਦੇ ਨਾਲ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਪਾਪਾ ਜੀ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਤਾਂ ਉਹਨਾਂ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ। ਇਸ ਲਈ ਉਹ ਦੁਬਾਰਾ ਘਰ ਦੇ ਹਾਲਾਤ ਨੂੰ ਸੰਭਾਲਣ ਦੇ ਯੋਗ ਨਹੀਂ ਸੀ। ਪਰ ਹੁਣ ਮੈਂ ਜਵਾਨ ਸੀ ਤਾਂ ਮੈਂ ਆਪਣੇ ਪੈਰਾਂ ਤੇ ਖੜਾ ਹੋਣ ਦੇ ਕਾਬਲ ਸੀ ਅਤੇ ਇੰਨਾ ਕਮਾ ਸਕਦਾ ਸੀ ਕਿ ਘਰ ਵਿੱਚ ਖਾਣ ਪੀਣ ਦਾ ਇੰਤਜ਼ਾਮ ਹੋਣ ਲੱਗਾ ਸੀ। ਹੁਣ ਭੁੱਖ ਦੀ ਕੋਈ ਸਮੱਸਿਆ ਨਹੀਂ ਸੀ। ਮੇਰੀ ਮਾਂ ਨੇ ਮੇਰਾ ਵਿਆਹ ਆਪਣੀ ਦੋਸਤ ਦੀ ਧੀ ਨਾਲ ਕਰਵਾ ਦਿੱਤਾ। ਮੇਰੀ ਪਤਨੀ ਮੇਰੇ ਤੋਂ ਉਮਰ ਵਿੱਚ ਕਾਫੀ ਛੋਟੀ ਸੀ, ਪਰ ਬਹੁਤ ਹੀ ਹੁਸ਼ਿਆਰ ਅਤੇ ਬਹੁਤ ਸੋਹਣੀ ਕੁੜੀ ਸੀ। ਵਿਆਹ ਦੇ ਕੁਝ ਦਿਨਾਂ ਵਿੱਚ ਹੀ ਉਸਨੇ ਪੂਰਾ ਘਰ ਸੰਭਾਲ ਲਿਆ ਸੀ। ਹੁਣ ਮੈਂ ਵੀ 2-3 ਥਾਵਾਂ ਤੇ ਕੰਮ ਕਰਨ ਲੱਗਾ ਸੀ ਤਾਂ ਜੋ ਘਰ ਦੇ ਹਾਲਾਤ ਬਹੁਤ ਚੰਗੇ ਬਣ ਸਕਣ। ਵਿਆਹ ਦਾ ਕੁਝ ਸਮਾਂ ਏਦਾਂ ਹੀ ਹੱਸਦਿਆਂ ਗੁਜ਼ਰ ਗਿਆ। ਸਾਡੀਆਂ 2 ਜੁੜਵਾ ਧੀਆਂ ਸਨ ਅਤੇ ਇਹਨਾਂ ਦੋਵਾਂ ਦੇ ਆਉਣ ਤੋਂ ਬਾਅਦ ਘਰ ਦੇ ਸਾਰੇ ਲੋਕ ਰੁੱਝ ਗਏ ਅਤੇ ਉਹਨਾਂ ਦੀਆਂ ਛੋਟੀਆਂ-ਛੋਟੀਆਂ ਸ਼ਰਾਰਤਾਂ ਕਾਰਨ ਘਰ ਦਾ ਮਾਹੌਲ ਬਹੁਤ ਵਧੀਆ ਹੋ ਗਿਆ। ਪਰ ਫਿਰ ਹਾਲਾਤ ਨੇ ਮੋੜ ਲੈ ਲਿਆ। ਮੇਰੇ ਪਿਤਾ ਜੀ ਨੂੰ ਇੱਕ ਵੱਡੇ ਘਰ ਵਿੱਚ ਪੋਸ਼ਣ ਤਿਆਰ ਕਰਨ ਦਾ ਕੰਮ ਮਿਲ ਗਿਆ, ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਵੱਡਾ ਕੰਮ ਮੇਰੇ ਪਿਤਾ ਨੂੰ ਇੰਨੀ ਸ਼ਰਮ ਅਤੇ ਬਦਨਾਮੀ ਦੇਵੇਗਾ ਕਿ ਸਾਡਾ ਸਾਰਾ ਘਰ ਟੁੱਟ ਜਾਵੇਗਾ ਅਤੇ ਅਸੀਂ ਦੁਬਾਰਾ ਇਸ ਨੂੰ ਸੰਭਾਲ ਨਹੀਂ ਸਕਾਂਗੇ। ਪਾਪਾ ਘਰ ਬਣਾਉਣ ਵਿੱਚ ਰੁੱਝ ਗਏ ਅਤੇ ਪਹਿਲਾਂ ਨਾਲੋਂ ਜ਼ਿਆਦਾ ਲਗਨ ਨਾਲ ਕੰਮ ਕਰਨ ਲੱਗੇ। ਪਰ ਇੱਕ ਦਿਨ ਉਸਨੇ ਇੱਕ ਗਲਤੀ ਕੀਤੀ ਜਿਸ ਨੇ ਉਸਦੀ ਸਾਰੀ ਮਿਹਨਤ ਬਰਬਾਦ ਕਰ ਦਿੱਤੀ। ਲਗਭਗ 1 ਮਹੀਨੇ ਦੀ ਮਿਹਨਤ ਤੋਂ ਬਾਅਦ ਪਿਤਾ ਜੀ ਨੇ ਉਸ ਘਰ ਦਾ ਢਾਂਚਾ ਤਿਆਰ ਕਰ ਲਿਆ। ਉਸ ਘਰ ਦੇ 2-3 ਦਰਵਾਜ਼ੇ ਦੂਜੇ ਪਾਸੇ ਬਣੇ ਪੋਸ਼ਣ ਦੀ ਤਰਫ ਖੁੱਲਦੇ ਸਨ ਅਤੇ ਉਸ ਹਿੱਸੇ ਵਿੱਚ ਘਰ ਦਾ ਮਾਲਕ ਰਹਿੰਦਾ ਸੀ। ਉਹ ਆਪਣੇ ਪੁੱਤਰ ਲਈ ਨਵਾਂ ਮਕਾਨ ਬਣਾ ਰਿਹਾ ਸੀ, ਕਿਉਂਕਿ ਉਸ ਨੇ ਆਪਣੇ ਪੁੱਤਰ ਦਾ ਵਿਆਹ ਕਰਵਾਉਣਾ ਸੀ। ਬੇਟੇ ਦੇ ਨਾਲ-ਨਾਲ ਉਹ ਆਪਣੀ ਧੀ ਦਾ ਵਿਆਹ ਵੀ ਕਰ ਰਿਹਾ ਸੀ। ਇਹ ਬਹੁਤ ਅਮੀਰ ਪਰਿਵਾਰ ਸੀ। ਉਹਨਾਂ ਕੋਲ ਬਹੁਤ ਸਾਰਾ ਪੈਸਾ ਸੀ। ਨਵੇਂ ਪੋਸ਼ਣ ਵਿੱਚ ਬਹੁਤ ਸਾਰਾ ਪੈਸਾ ਲਗਾ ਰਿਹਾ ਸੀ। ਪਾਪਾ ਨੂੰ ਵੀ ਇਹੀ ਆਸ ਸੀ, ਇਸ ਕੰਮ ਵਿੱਚ ਉਹਨਾਂ ਨੂੰ ਚੰਗੀ ਰਕਮ ਦੀ ਬਚਤ ਹੋਵੇਗੀ। ਉਹ ਹਰ ਰੋਜ਼ ਮੇਰੀ ਮਾਂ ਨੂੰ ਕਹਿੰਦੇ ਸੀ, ਜੇਕਰ ਇਸ ਕੰਮ ਤੋਂ ਪੈਸੇ ਬਚ ਜਾਣਗੇ ਤਾਂ ਮੈਂ ਆਪਣੀ ਪੋਤੀ ਦੇ ਨਾਂ ਤੇ ਬੈਂਕ 'ਚ ਜਮ੍ਹਾਂ ਕਰਵਾ ਦੇਵਾਂਗਾ। ਉਹਨਾਂ ਦੇ ਭਵਿੱਖ ਵਿੱਚ ਲਾਭਦਾਇਕ ਹੋਵੇਗਾ। ਪਾਪਾ ਅਕਸਰ ਦੇਰ ਰਾਤ ਤੱਕ ਇਕੱਲੇ ਕੰਮ ਕਰਦੇ ਸਨ। ਇੱਕ ਦਿਨ ਪਿਤਾ ਜੀ ਹੋਰ ਮਜ਼ਦੂਰਾਂ ਨਾਲ ਕੰਮ ਕਰ ਰਹੇ ਸਨ। ਘਰ ਦੇ ਮਾਲਕ ਨੇ ਆ ਕੇ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰ ਐਮਰਜੈਂਸੀ ਕਾਰਨ ਕਿਤੇ ਜਾ ਰਹੇ ਹਨ। ਪਾਪਾ ਅਤੇ ਉਹਨਾਂ ਦੇ ਮਜ਼ਦੂਰ ਜੇਕਰ ਚਾਹੁਣ ਤਾਂ ਆਪਣਾ ਕੰਮ ਛੱਡ ਕੇ ਜਾ ਸਕਦੇ ਸਨ, ਕਿਉਂਕਿ ਉਹਨਾਂ ਦੀ ਵਾਪਸੀ ਦਾ ਕੋਈ ਪਤਾ ਨਹੀਂ ਸੀ। ਪਾਪਾ ਨੇ ਦੇਖਿਆ ਕਿ ਅਜੇ ਪੂਰਾ ਦਿਨ ਬਾਕੀ ਸੀ। ਪਾਪਾ ਲਾਲਚ ਵਿੱਚ ਆ ਗਏ ਕਿ ਦਿਨ ਖਰਾਬ ਕਰਨ ਨਾਲੋਂ ਚੰਗਾ ਹੈ ਉਹ ਕੰਮ ਕਰਦਾ ਰਹੇ। ਪਾਪਾ ਨੇ ਘਰ ਦੇ ਮਾਲਕ ਨੂੰ ਕਿਹਾ ਕਿ ਉਹ ਆਰਾਮ ਨਾਲ ਆਪਣਾ ਘਰ ਬੰਦ ਕਰਕੇ ਚਲੇ ਜਾਣ, ਮੈਂ ਆਪਣਾ ਕੰਮ ਪੂਰਾ ਕਰਕੇ ਹੀ ਵਾਪਸ ਜਾਵਾਂਗਾ। ਘਰ ਦੇ ਮਾਲਕ ਨੇ ਸਿਰ ਹਿਲਾਇਆ ਅਤੇ ਉਹ ਆਪਣਾ ਘਰ ਬੰਦ ਕਰਕੇ ਚਲੇ ਗਏ। ਉਸ ਦਿਨ ਮਜ਼ਦੂਰ ਵੀ ਵਿਹਲੇ ਹੋ ਕੇ ਸਮੇਂ ਸਿਰ ਚਲੇ ਗਏ ਅਤੇ ਪਿਤਾ ਜੀ ਇਕੱਲੇ ਕੰਮ ਵਿੱਚ ਰੁੱਝੇ ਰਹੇ। ਸਮਾਂ ਪੂਰਾ ਹੋਣ ਤੇ ਪਿਤਾ ਜੀ ਗੇਟ ਨੂੰ ਤਾਲਾ ਲਗਾ ਕੇ ਘਰ ਪਰਤ ਆਏ। ਉਸ ਰਾਤ ਉਹ ਬਹੁਤ ਖੁਸ਼ ਸਨ ਕਿ ਕੰਮ ਜਲਦੀ ਖਤਮ ਹੋ ਜਾਵੇਗਾ ਅਤੇ ਉਹਨਾਂ ਨੂੰ ਪੈਸੇ ਮਿਲ ਜਾਣਗੇ। ਇੱਥੇ ਤੀਸਰੇ ਬੱਚੇ ਦਾ ਵੀ ਕੁਝ ਦਿਨਾਂ ਵਿੱਚ ਜਨਮ ਹੋਣ ਵਾਲਾ ਸੀ। ਦੇਰ ਰਾਤ ਤੱਕ ਘਰ ਦੇ ਸਾਰੇ ਮੈਂਬਰ ਬੈਠੇ ਨਿੱਕੇ ਮਹਿਮਾਨ ਦੇ ਆਉਣ ਬਾਰੇ ਗੱਲਾਂ ਕਰਦੇ ਰਹੇ ਤੇ ਫਿਰ ਪਿਤਾ ਜੀ ਥੱਕ ਕੇ ਸੌਂ ਗਏ।
ਅਗਲੀ ਸਵੇਰ ਕਿਸੇ ਦੇ ਦਰਵਾਜ਼ਾ ਖੜਕਾਉਣ ਕਾਰਨ ਸਾਡੀ ਜਾਗ ਖੁੱਲੀ। ਅਸੀਂ ਸਾਰੇ ਘਬਰਾ ਕੇ ਖੜੇ ਹੋ ਗਏ। ਜਦੋਂ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ, ਕਿਉਂਕਿ ਪੁਲਿਸ ਸਾਹਮਣੇ ਖੜੀ ਸੀ। ਉਹਨਾਂ ਨੇ ਪਿਤਾ ਜੀ ਬਾਰੇ ਪੁੱਛਿਆ। ਇਸ ਦੌਰਾਨ ਪਿਤਾ ਜੀ ਵੀ ਦਰਵਾਜ਼ੇ ਤੇ ਆ ਗਏ। ਜਦੋਂ ਪਾਪਾ ਨੇ ਉਹਨਾਂ ਦੇ ਸਵਾਲ ਤੇ ਆਪਣੀ ਜਾਣ ਪਛਾਣ ਕਰਵਾਈ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਡੇ ਨਾਲ ਥਾਣੇ ਆਉਣਾ ਪਵੇਗਾ। ਅਸੀਂ ਸਾਰੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਘਬਰਾ ਗਏ। ਜਦੋਂ ਮੈਂ ਘਬਰਾਏ ਹੋਏ ਲਹਿਜੇ ਵਿੱਚ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਪਹਿਲਾਂ ਮੇਰੇ ਵੱਲ ਦੇਖਿਆ ਅਤੇ ਫਿਰ ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਅਸੀਂ ਪਾਪਾ ਦੀ ਗਲਤੀ ਜਾਣਨ ਤੋਂ ਪਹਿਲਾਂ ਹੀ ਸਾਰੇ ਸਦਮੇ ਵਿੱਚ ਆ ਗਏ ਕਿ ਜੇਕਰ ਪੁਲਿਸ ਕਿਸੇ ਇਲਜ਼ਾਮ ਵਿੱਚ ਪਿਤਾ ਜੀ ਨੂੰ ਲੈਣ ਆਈ ਹੈ ਤਾਂ ਪੁਲਿਸ ਤੋਂ ਛੁਟਕਾਰਾ ਪਾਉਣਾ ਔਖਾ ਹੋ ਜਾਵੇਗਾ। ਪਾਪਾ ਦੇ ਬਾਰ-ਬਾਰ ਪੁੱਛਣ ਤੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਜਿਸ ਘਰ ਨੂੰ ਪਾਪਾ ਬਣਾ ਰਹੇ ਹਨ ਉੱਥੋਂ ਕਾਫੀ ਮਾਤਰਾ ਵਿੱਚ ਸੋਨਾ ਅਤੇ ਨਕਦੀ ਚੋਰੀ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਚੋਰ ਨਵੇਂ ਬਣੇ ਮਕਾਨ ਅਤੇ ਪੁਰਾਣੇ ਪੋਸ਼ਣ ਵਾਲੇ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਸਨ ਅਤੇ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਪਰਿਵਾਰਕ ਮੈਂਬਰਾਂ ਨੇ ਪਿਤਾ ਜੀ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਸਾਰਾ ਸ਼ੱਕ ਕੀਤਾ ਸੀ। ਇਸ ਕਾਰਨ ਮਕਾਨ ਦੇ ਮਾਲਕ ਨੇ ਪੁਲਿਸ ਨੂੰ ਦੱਸਿਆ ਸੀ ਕਿ ਮਕੈਨਿਕ ਅਤੇ ਮਜ਼ਦੂਰ ਸਾਰਾ ਦਿਨ ਘਰ ਵਿੱਚ ਘੁੰਮਦੇ ਰਹਿੰਦੇ ਸੀ ਅਤੇ ਹਰ ਚੀਜ਼ ਨੂੰ ਦੇਖਦੇ ਰਹਿੰਦੇ ਸਨ ਅਤੇ ਜਦੋਂ ਉਹ ਐਮਰਜੈਂਸੀ ਵਿੱਚ ਘਰੋਂ ਗਏ ਤਾਂ ਮਕੈਨਿਕ ਅਤੇ ਮਜ਼ਦੂਰ ਮੌਕਾ ਦੇਖ ਕੇ ਹੀ ਉੱਥੇ ਰੁਕ ਗਏ। ਜਾਣ ਤੋਂ ਬਾਅਦ ਉਹਨਾਂ ਨੇ ਆਸਾਨੀ ਨਾਲ ਚੋਰੀ ਕਰ ਲਈ। ਪਾਪਾ ਕਸਮਾਂ ਖਾ ਰਹੇ ਸਨ ਕਿ ਇਹ ਸਭ ਨਿਰਾ ਇਲਜ਼ਾਮ ਹੈ। ਮੈਂ ਉਸ ਘਰ ਦਾ 1 ਰੁਪਇਆ ਵੀ ਨਹੀਂ ਚੱਕਿਆ ਹੈ। ਮੇਰੇ ਪਿਤਾ ਜੀ ਦੇ ਦੱਸਣ ਤੋਂ ਪਹਿਲਾਂ ਹੀ ਜਾਣਦਾ ਸੀ ਕਿ ਮੇਰੇ ਪਿਤਾ ਜੀ ਨੇ ਔਖੇ ਸਮੇਂ ਵਿੱਚ ਬੜੀ ਹਿੰਮਤ ਤੋਂ ਕੰਮ ਲਿਆ ਸੀ, ਮਿਹਨਤ ਮਜ਼ਦੂਰੀ ਕੀਤੀ ਸੀ, ਪਰ ਉਸਨੇ ਕਦੇ ਕੋਈ ਗਲਤ ਕੰਮ ਨਹੀਂ ਸੀ ਕੀਤਾ। ਇਸ ਲਈ ਉਹ ਚੋਰੀ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ। ਕਈ ਵਾਰ ਅਸੀਂ ਪਾਣੀ ਪੀ ਕੇ ਸੌਂ ਜਾਂਦੇ ਸੀ ਕਿਉਂਕਿ ਘਰ ਵਿੱਚ ਖਾਣ ਲਈ ਆਟਾ ਜਾਂ ਸਬਜ਼ੀ ਨਹੀਂ ਹੁੰਦੀ ਸੀ। ਪਹਿਲਾਂ ਉਹਨਾਂ ਨੇ ਕਦੇ ਇਹ ਗੁਨਾਹ ਨਹੀਂ ਕੀਤਾ ਤਾਂ ਹੁਣ ਪਿਤਾ ਜੀ ਨੂੰ ਕੀ ਲੋੜ ਸੀ। ਇਸ ਕਰਕੇ ਹੁਣ ਸਾਡੇ ਹਾਲਾਤ ਕੁਝ ਠੀਕ ਹੋ ਗਏ ਸਨ। ਫਿਰ ਪੁਲਿਸ ਵਾਲਿਆਂ ਨੇ ਸਾਡੇ ਪੂਰੇ ਘਰ ਦੀ ਤਲਾਸ਼ੀ ਲਈ ਅਤੇ ਚੋਰੀ ਹੋਏ ਸਮਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਪਰ ਘਰ ਵਿੱਚ ਸੋਨੇ ਦੀ ਇੱਕ ਅੰਗੂਠੀ ਵੀ ਮੌਜੂਦ ਨਹੀਂ ਸੀ। ਜਦੋਂ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਮਿਲਿਆ ਤਾਂ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਗ੍ਰਿਫਤਾਰ ਕਰ ਲਿਆ। ਉਹ ਮੇਰੇ ਪਿਤਾ ਜੀ ਨੂੰ ਕਾਲਰ ਤੋਂ ਫੜ ਕੇ ਘਸੀਟਦੇ ਹੋਏ ਉੱਥੋਂ ਲੈ ਗਏ। ਉਹ ਦ੍ਰਿਸ਼ ਮੇਰੀਆਂ ਅੱਖਾਂ ਲਈ ਸਭ ਤੋਂ ਦਰਦਨਾਕ ਦ੍ਰਿਸ਼ ਸੀ। ਮੈਨੂੰ ਅਜਿਹੀ ਤਕਲੀਫ ਤਾਂ ਉਦੋਂ ਵੀ ਨਹੀਂ ਹੋਈ ਸੀ ਜਦੋਂ ਪਾਪਾ ਦਾ ਐਕਸੀਡੈਂਟ ਹੋਇਆ ਸੀ ਅਤੇ ਉਹਨਾਂ ਦੀ ਲੱਤ ਟੁੱਟ ਗਈ ਸੀ ਅਤੇ ਉਹਨਾਂ ਨੂੰ ਖੂਨ ਨਾਲ ਲੱਥ-ਪੱਥ ਹਸਪਤਾਲ ਲਿਜਾਇਆ ਗਿਆ। ਪਿਤਾ ਜੀ ਨੂੰ ਮੈਂ ਘਰ ਤੋਂ ਬਾਹਰ ਨਿਕਲਦੇ ਸਮੇਂ ਬੜੇ ਸਤਿਕਾਰ ਨਾਲ ਹੱਥ ਫੜ ਕੇ ਬਾਹਰ ਤੱਕ ਲੈ ਜਾਂਦਾ ਸੀ। ਅੱਜ ਉਸ ਨੂੰ ਮੇਰੀਆਂ ਅੱਖਾਂ ਸਾਹਮਣੇ ਬੇਰਹਿਮੀ ਨਾਲ ਘਸੀਟਿਆ ਗਿਆ। ਸਾਡੇ ਕਾਨੂੰਨ ਅਤੇ ਸਮਾਜ ਵਿੱਚ ਸਿਰਫ ਪੈਸੇ ਦੀ ਹੀ ਇੱਜ਼ਤ ਹੁੰਦੀ ਹੈ। ਇੱਥੇ ਉਮਰ ਦਾ ਕੋਈ ਸਨਮਾਨ ਨਹੀਂ ਹੁੰਦਾ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਸਾਡਾ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਿਆ। ਇੱਥੇ ਗਰੀਬਾਂ ਨਾਲ ਉਹਨਾਂ ਦਾ ਜੁਰਮ ਸਾਬਤ ਹੋਣ ਤੋਂ ਪਹਿਲਾਂ ਹੀ ਅਪਰਾਧੀਆਂ ਵਾਂਗ ਸਲੂਕ ਕੀਤਾ ਜਾਂਦਾ ਹੈ। ਮੇਰੀ ਮਾਂ ਰੋ ਰਹੀ ਸੀ ਅਤੇ ਮੇਰੀਆਂ ਧੀਆਂ ਡਰੀਆਂ ਹੋਈਆਂ ਖੜੀਆਂ ਸਨ। ਮੇਰੀ ਪਤਨੀ ਆਪਣੇ ਭਾਰੀ ਸਰੀਰ ਨਾਲ ਮੇਰੀ ਡਰੀ ਹੋਈ ਮਾਂ ਨੂੰ ਸੰਭਾਲ ਰਹੀ ਸੀ ਅਤੇ ਕਦੇ ਆਪਣੀਆਂ ਧੀਆਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਆਪਣੀ ਮਾਂ ਨੂੰ ਦਿਲਾਸਾ ਦਿੱਤਾ ਅਤੇ ਦਰਵਾਜ਼ਾ ਬੰਦ ਕਰਨ ਲਈ ਕਿਹਾ। ਮੈਂ ਘਰੋਂ ਸਿੱਧਾ ਥਾਣੇ ਚਲਾ ਗਿਆ। ਮੈਂ ਆਪਣੇ ਪਿਤਾ ਜੀ ਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੈਨੂੰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਕਾਫੀ ਭੱਜ ਦੌੜ ਤੋਂ ਬਾਅਦ ਮੈਨੂੰ ਮੇਰੇ ਇੱਕ ਦੋਸਤ ਨੇ ਦੱਸਿਆ ਕਿ ਉਸ ਦਾ ਭਰਾ ਥਾਣੇ ਵਿੱਚ ਛੋਟਾ ਕਾਂਸਟੇਬਲ ਸੀ। ਉਹ ਇਸ ਸਬੰਧ ਵਿੱਚ ਮੇਰੀ ਮਦਦ ਤਾਂ ਨਹੀਂ ਕਰ ਸਕਦੇ ਸਨ, ਪਰ ਮੇਰੇ ਪਿਤਾ ਜੀ ਬਾਰੇ ਪਤਾ ਕਰਕੇ ਮੈਨੂੰ ਦੱਸ ਸਕਦੇ ਸਨ। ਉਸਨੇ ਹੀ ਮੈਨੂੰ ਦੱਸਿਆ ਕਿ ਪਿਤਾ ਜੀ ਵਾਂਗ ਹੋਰ ਮਜ਼ਦੂਰਾਂ ਨੂੰ ਵੀ ਖਾਲੀ ਹੱਥ ਥਾਣੇ ਲਿਆਂਦਾ ਗਿਆ। ਸਾਰਿਆਂ ਨੇ ਇਹੀ ਬਿਆਨ ਦਿੱਤਾ ਕਿ ਉਹ ਜਲਦੀ ਆਪਣਾ ਕੰਮ ਮੁਕਾ ਕੇ ਉੱਥੋਂ ਚਲੇ ਗਏ ਸੀ। ਥੋੜੀ ਜਿਹੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਅਤੇ ਚੋਰੀ ਦਾ ਸਾਰਾ ਦੋਸ਼ ਮੇਰੇ ਪਿਤਾ ਜੀ ਤੇ ਆ ਗਿਆ। ਪਾਪਾ ਨੂੰ ਸਜ਼ਾ ਮਿਲ ਗਈ ਸੀ ਅਤੇ ਉਸ ਘਰ ਦੇ ਮਾਲਕ ਨੇ ਕਿਹਾ ਸੀ ਕਿ ਜਦੋਂ ਤੱਕ ਪਾਪਾ ਉਸ ਦਾ ਸੋਨਾ ਅਤੇ ਪੈਸਾ ਵਾਪਸ ਨਹੀਂ ਕਰ ਦਿੰਦੇ ਉਦੋਂ ਤੱਕ ਉਸ ਨੂੰ ਜੇਲ੍ਹ ਵਿੱਚ ਰੱਖਿਆ ਜਾਵੇਗਾ। ਮੈਂ ਉਸ ਘਰ ਦਾ ਪਤਾ ਲਿਆ ਅਤੇ ਉੱਥੇ ਪਹੁੰਚ ਕੇ ਉਹਨਾਂ ਸਾਰਿਆਂ ਤੋਂ ਚੋਰੀ ਹੋਣ ਦੀ ਜਾਣਕਾਰੀ ਲਈ। ਚੋਰੀ ਦਾ ਅਫਸੋਸ ਕਰਨ ਲਈ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ। ਮੈਂ ਉਸ ਆਦਮੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰਾ ਪਿਤਾ ਚੋਰ ਨਹੀਂ ਹੈ। ਮੈਂ ਹੱਥ ਜੋੜ ਕੇ ਉਸ ਆਦਮੀ ਨੂੰ ਬੇਨਤੀ ਕੀਤੀ ਕਿ ਤੁਸੀਂ ਪੁਲਿਸ ਨਾਲ ਸੰਪਰਕ ਕਰੋ ਅਤੇ ਅਸਲ ਚੋਰ ਨੂੰ ਲੱਭਣ ਦੀ ਕੋਸ਼ਿਸ਼ ਕਰੋ, ਕਿਉਂਕਿ ਮੇਰੇ ਪਿਤਾ ਜੀ ਸਾਰੀ ਉਮਰ ਜੇਲ੍ਹ ਵਿੱਚ ਬੈਠੇ ਰਹੇ ਤਾਂ ਫਿਰ ਵੀ ਤੁਹਾਨੂੰ ਕਦੇ ਵੀ ਆਪਣਾ ਸਮਾਨ ਵਾਪਸ ਨਹੀਂ ਮਿਲੇਗਾ, ਕਿਉਂਕਿ ਮੇਰੇ ਪਿਤਾ ਜੀ ਨੇ ਚੋਰੀ ਨਹੀਂ ਕੀਤੀ ਸੀ।
ਮੇਰੇ ਬਾਰ-ਬਾਰ ਕਹਿਣ ਤੇ ਉਹ ਆਦਮੀ ਗੁੱਸੇ 'ਚ ਆ ਗਿਆ ਅਤੇ ਮੇਰੇ ਨਾਲ ਧੱਕਾ ਮੁੱਕੀ ਕਰਨ ਲੱਗਾ। ਪਤਾ ਨਹੀਂ ਉਹ ਗੁੱਸੇ ਵਿੱਚ ਮੈਨੂੰ ਕੀ ਕੁਝ ਕਹਿੰਦਾ ਰਿਹਾ ਕਿ ਤੁਸੀਂ ਗਰੀਬ ਲੋਕ ਦੁਨੀਆ ਦੇ ਸਾਹਮਣੇ ਭੋਲੇ ਬਣ ਕੇ ਰਹਿੰਦੇ ਹੋ, ਤੁਸੀਂ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਦੇ ਹੋ, ਪਰ ਅਸਲ ਵਿੱਚ ਤੁਸੀਂ ਲੋਕਾਂ ਦੇ ਘਰ ਖਾਲੀ ਕਰਕੇ ਆਪਣੀ ਜਾਇਦਾਦ ਬਣਾ ਲੈਂਦੇ ਹੋ। ਮੈਂ ਚੁੱਪਚਾਪ ਉਸ ਵੱਲ ਦੇਖਦਾ ਰਿਹਾ। ਮੇਰੇ ਬਾਰ-ਬਾਰ ਕਹਿਣ ਦੇ ਬਾਵਜੂਦ ਉਸ ਨੇ ਆਪਣੀ ਜ਼ੁਬਾਨ ਬੰਦ ਨਹੀਂ ਕੀਤੀ ਸੀ। ਅਸਲ ਵਿੱਚ ਉਹਨਾਂ ਨੇ ਮੇਰੇ ਮੂੰਹ ਤੇ ਥੱਪੜ ਵੀ ਮਾਰੇ ਅਤੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ। ਉਹ ਵਿਅਕਤੀ ਮੇਰੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਉਸ ਦੇ ਨਾਲ ਖੜੇ ਕੁਝ ਉਸ ਦੇ ਵਰਗੇ ਪੜ੍ਹੇ ਲਿਖੇ ਲੋਕ ਵੀ ਸਨ ਜੋ ਮੇਰੇ ਨਾਲ ਹੋ ਰਹੇ ਇਸ ਵਿਵਹਾਰ ਤੋਂ ਦੁਖੀ ਹੋ ਰਹੇ ਸਨ। ਉਹ ਲੋਕ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਹ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਸੀ। ਜਦੋਂ ਲੋਕਾਂ ਨੇ ਉਸ ਨੂੰ ਰੋਕਿਆ ਤਾਂ ਉਸ ਵਿਅਕਤੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਬੱਚਿਆਂ ਦਾ ਵਿਆਹ ਹੋਣ ਵਾਲਾ ਸੀ। ਮੈਂ ਕੁਝ ਦਿਨ ਪਹਿਲਾਂ ਹੀ ਉਹ ਸਾਰੇ ਗਹਿਣੇ ਘਰ ਲੈ ਕੇ ਆਇਆ ਸੀ ਅਤੇ ਉਸ ਦੇ ਪਿਤਾ ਨੇ ਚੋਰੀ ਕਰ ਲਈ ਹੈ। ਉਹ ਵਿਅਕਤੀ ਕਹਿਣ ਲੱਗਾ, ਮੈਂ ਆਪਣੀ ਧੀ ਤੇ ਮੁੰਡੇ ਦੇ ਸਹੁਰਿਆਂ ਨੂੰ ਕੀ ਮੂੰਹ ਦਿਖਾਵਾਂਗਾ। ਮੈਂ ਸੋਚ ਰਿਹਾ ਸੀ ਕਿ ਜੇ ਸੋਨਾ ਨਾ ਦਿੱਤਾ ਜਾਵੇ ਤਾਂ ਕੀ ਅਮੀਰਾਂ ਦੇ ਘਰ ਵਿਆਹ ਨਹੀਂ ਹੋ ਸਕਦਾ, ਕਿ ਉਹਨਾਂ ਦਾ ਵਿਆਹ ਸੋਨੇ ਤੋਂ ਬਿਨਾਂ ਜਾਇਜ਼ ਨਹੀਂ ਹੁੰਦਾ। ਮੈਂ ਇਹ ਵੀ ਮਹਿਸੂਸ ਕੀਤਾ ਕਿ ਭਾਵੇਂ ਕੋਈ ਗਰੀਬ ਹੋਵੇ ਜਾਂ ਅਮੀਰ, ਬਚਤ ਹਰ ਕਿਸੇ ਲਈ ਬਹੁਤ ਖਾਸ ਹੁੰਦੀ ਹੈ, ਪਰ ਬਿਨਾਂ ਕਿਸੇ ਸਬੂਤ ਦੇ ਉਹ ਇੱਕ ਗਰੀਬ ਵਿਅਕਤੀ ਨੂੰ ਜੇਲ੍ਹ ਵਿੱਚ ਬੰਦ ਕਰਕੇ ਉਸ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ। ਮੈਂ ਨਿਰਾਸ਼ ਹੋ ਕੇ ਉੱਠਿਆ ਅਤੇ ਘਰ ਪਹੁੰਚ ਗਿਆ, ਪਰ ਘਰ ਦਾ ਦਰਵਾਜ਼ਾ ਬੰਦ ਦੇਖ ਕੇ ਹੈਰਾਨ ਰਹਿ ਗਿਆ। ਮੈਂ ਘਬਰਾ ਗਿਆ ਅਤੇ ਆਪਣੇ ਗੁਆਂਢੀਆਂ ਦਾ ਦਰਵਾਜ਼ਾ ਖੜਕਾਇਆ ਅਤੇ ਆਪਣੀ ਪਤਨੀ ਅਤੇ ਮੇਰੀ ਮਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਤੁਹਾਡੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਤੁਹਾਡੀ ਮਾਤਾ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਗਈ। ਮੈਂ ਕਾਹਲੀ ਨਾਲ ਉੱਥੇ ਪਹੁੰਚ ਗਿਆ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਸਾਹਮਣੇ ਮੇਰੀ ਮਾਂ ਉਦਾਸ ਖੜੀ ਸੀ। ਜਦੋਂ ਮੈਂ ਮਾਂ ਕੋਲ ਪਹੁੰਚਿਆ ਤਾਂ ਉਹ ਉਮੀਦ ਭਰੇ ਲਹਿਜੇ ਵਿੱਚ ਪਿਤਾ ਜੀ ਬਾਰੇ ਪੁੱਛਣ ਲੱਗੀ। ਮੈਂ ਨਿਰਾਸ਼ ਹੋ ਕੇ ਆਪਣਾ ਸਿਰ ਝੁਕਾ ਲਿਆ ਅਤੇ ਉਹ ਚੁੱਪ ਰਹੀ। ਮੈਂ ਮਾਂ ਨੂੰ ਦਿਲਾਸਾ ਦਿੱਤਾ ਅਤੇ ਆਪਣੀ ਪਤਨੀ ਬਾਰੇ ਪੁੱਛਿਆ ਤਾਂ ਇੱਕ ਨਰਸ ਮੈਨੂੰ ਵਧਾਈ ਦੇਣ ਲੱਗੀ, ਕਿਉਂਕਿ ਇੱਕ ਵਾਰ ਫਿਰ ਮੇਰੇ ਇੱਕ ਧੀ ਹੋਈ ਸੀ। ਜਿਵੇਂ ਹੀ ਮੈਨੂੰ ਇਹ ਖਬਰ ਮਿਲੀ, ਮੇਰੀ ਮਾਂ ਦਾ ਸਬਰ ਟੁੱਟ ਗਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਜਦੋਂ ਮੈਂ ਉਹਨਾਂ ਨੂੰ ਚੁੱਪ ਕਰਵਾਉਣਾ ਚਾਹਿਆ ਤਾਂ ਉਹ ਕਹਿਣ ਲੱਗੇ ਕਿ ਕਾਸ਼ ਅਸੀਂ ਲਾਲਚ ਨਾ ਕਰਦੇ ਅਤੇ ਤੁਹਾਡੇ ਪਿਤਾ ਜੀ ਉਹ ਕੰਮ ਲੈਣ ਤੋਂ ਇਨਕਾਰ ਕਰ ਦਿੰਦੇ। ਉਸ ਦੀ ਸਿਹਤ ਹੁਣ ਪਹਿਲਾਂ ਵਰਗੀ ਨਹੀਂ ਰਹੀ ਸੀ। ਮੈਂ ਆਪਣੀ ਮਾਂ ਨੂੰ ਦਿਲਾਸਾ ਦਿੰਦਾ ਰਿਹਾ ਕਿ ਪਾਪਾ ਬੇਕਸੂਰ ਹਨ ਅਤੇ ਇਹ ਜਲਦੀ ਹੀ ਸਾਬਤ ਹੋ ਜਾਵੇਗਾ। ਜਦੋਂ ਮੇਰੀ ਪਤਨੀ ਦੀ ਹਾਲਤ ਸੁਧਰੀ ਤਾਂ ਅਸੀਂ ਉਸ ਨੂੰ ਘਰ ਲੈ ਆਏ। ਮੈਂ ਆਪਣੇ ਪਿਤਾ ਜੀ ਲਈ ਇੱਧਰ ਉੱਧਰ ਜਾਂਦਾ ਰਿਹਾ ਅਤੇ ਨਿੱਤ ਦੀ ਬੇਇੱਜ਼ਤੀ ਅਤੇ ਸ਼ਰਮ ਨੂੰ ਭੁੱਲ ਕੇ ਮੈਂ 2-3 ਵਾਰ ਉਸ ਘਰ ਦੇ ਮਾਲਕ ਕੋਲ ਗਿਆ, ਕਿਉਂਕਿ ਮੈਂ ਗਰੀਬ ਵਿਅਕਤੀ ਵਕੀਲ ਨਹੀਂ ਕਰ ਸਕਦਾ ਸੀ। ਮੇਰੇ ਕੋਲ ਤਾਂ ਸਿਰਫ ਪਰਮਾਤਮਾ ਦਾ ਸਹਾਰਾ ਸੀ ਅਤੇ ਉਸ ਤੋਂ ਬਾਅਦ ਉਸ ਵਿਅਕਤੀ ਦਾ ਸਹਾਰਾ ਜੋ ਪਾਪਾ ਨੂੰ ਬੇਕਸੂਰ ਸਮਝ ਕੇ ਉਹਨਾਂ ਨੂੰ ਮਾਫ ਕਰ ਦੇਵੇ। ਤਾਂ ਹੀ ਪਾਪਾ ਜੇਲ੍ਹ ਤੋਂ ਬਾਹਰ ਆ ਸਕਦੇ ਸਨ। ਪਰ ਉਹ ਬੰਦਾ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਸ ਨੂੰ ਪੂਰਾ ਯਕੀਨ ਸੀ ਕਿ ਅਸੀਂ ਉਸ ਦੇ ਸਾਰੇ ਪੈਸੇ ਅਤੇ ਗਹਿਣੇ ਛੁਪਾ ਦਿੱਤੇ ਹਨ। ਉਹ ਹਰ ਵਾਰ ਇਹੀ ਗੱਲ ਦੁਹਰਾਉਂਦਾ ਸੀ ਕਿ ਜੇ ਮੈਂ ਉਸ ਦਾ ਸਮਾਨ ਉਸ ਨੂੰ ਵਾਪਸ ਕਰ ਦਿੱਤਾ ਤਾਂ ਉਹ ਮੇਰੇ ਪਿਤਾ ਜੀ ਨੂੰ ਮਾਫ ਕਰ ਦੇਵੇਗਾ ਅਤੇ ਉਸ ਨੂੰ ਜੇਲ੍ਹ ਵਿੱਚੋਂ ਵੀ ਬਾਹਰ ਕਢਵਾ ਦੇਵੇਗਾ। ਪਰ ਉਹ ਉਸ ਦਾ ਸੋਨਾ ਅਤੇ ਪੈਸਾ ਕਿੱਥੋਂ ਵਾਪਸ ਕਰੇਗਾ? ਮੇਰੇ ਪਿਤਾ ਜੀ ਨੇ ਕੋਈ ਚੋਰੀ ਨਹੀਂ ਕੀਤੀ ਸੀ। ਉਹ ਬਿਲਕੁਲ ਬੇਕਸੂਰ ਸੀ ਅਤੇ ਬਿਨਾਂ ਕੋਈ ਜੁਰਮ ਕੀਤੇ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ। ਉਸ ਦੌਰਾਨ ਜਦੋਂ ਮੇਰੇ ਪਾਪਾ ਨਾਲ ਮਿਲਣਾ ਸੰਭਵ ਹੋਇਆ, ਮੈਂ ਉਹਨਾਂ ਨੂੰ ਮਿਲਣ ਲਈ ਜੇਲ੍ਹ ਗਿਆ ਅਤੇ ਉਹਨਾਂ ਦੀ ਹਾਲਤ ਦੇਖ ਕੇ ਮੇਰਾ ਸਬਰ ਟੁੱਟ ਗਿਆ। ਉਹ ਬਹੁਤ ਬੁਰੀ ਹਾਲਤ ਵਿੱਚ ਜੇਲ੍ਹ ਦੇ ਇੱਕ ਕੋਨੇ ਵਿੱਚ ਬੈਠੇ ਸੀ। ਜਦੋਂ ਮੈਂ ਆਪਣੀ ਧੀ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਕਿਹਾ ਕਿ ਆਪਣੀਆਂ ਧੀਆਂ ਨੂੰ ਮੇਰੇ ਬਾਰੇ ਕੁਝ ਨਾ ਦੱਸਣਾ। ਉਹਨਾਂ ਨੂੰ ਕਹਿਣਾ ਕਿ ਮੈਂ ਕਿਸੇ ਕੰਮ ਲਈ ਕਿਸੇ ਹੋਰ ਸ਼ਹਿਰ ਗਿਆ ਹਾਂ। ਮੈਂ ਨਹੀਂ ਚਾਹੁੰਦਾ ਕਿ ਉਹ ਇਹ ਸੋਚੇ ਕਿ ਸ਼ਾਇਦ ਉਸ ਦਾ ਦਾਦਾ ਸੱਚਮੁੱਚ ਚੋਰ ਹੈ। ਇਹਨਾਂ ਸ਼ਬਦਾਂ ਨਾਲ ਮੇਰਾ ਮਨ ਦੁਖੀ ਹੋ ਗਿਆ। ਗਰੀਬੀ ਕਈ ਵਾਰ ਇਨਸਾਨ ਨੂੰ ਬਹੁਤ ਲਾਚਾਰ ਬਣਾ ਦਿੰਦੀ ਹੈ। ਹੁਣ ਪਹਿਲੀ ਵਾਰ ਮੈਨੂੰ ਗਰੀਬ ਹੋਣ ਦਾ ਦੁੱਖ ਹੋਇਆ ਸੀ। ਪਹਿਲੀ ਵਾਰ ਮੈਂ ਸੋਚਿਆ ਕਿ ਜੇਕਰ ਮੈਂ ਅਮੀਰ ਹੁੰਦਾ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ। ਜੇਕਰ ਮੇਰੇ ਪਿਤਾ ਬੇਕਸੂਰ ਹੁੰਦੇ ਤਾਂ ਉਹਨਾਂ ਨੂੰ ਜੇਲ੍ਹ ਨਾ ਜਾਣਾ ਪੈਂਦਾ ਅਤੇ ਮੈਨੂੰ ਕਿਸੇ ਦੀ ਮਿੰਨਤ ਨਾ ਕਰਨੀ ਪੈਂਦੀ। ਜਦੋਂ ਮੈਂ ਆਪਣੇ ਪਿਤਾ ਨੂੰ ਇਹੀ ਗੱਲ ਦੁਹਰਾਈ ਤਾਂ ਉਹ ਮੈਨੂੰ ਸਮਝਾਉਣ ਲੱਗੇ ਕਿ ਗਰੀਬੀ ਕੋਈ ਮਾੜੀ ਚੀਜ਼ ਨਹੀਂ ਹੈ। ਮਨੁੱਖ ਦੀ ਸਥਿਤੀ ਅਤੇ ਉਸਦੇ ਜੀਵਨ ਨੂੰ ਤੈਅ ਕਰਨ ਵਾਲਾ ਸਿਰਫ ਪਰਮਾਤਮਾ ਹੀ ਹੈ। ਅਤੇ ਇੱਕ ਗੱਲ ਹਮੇਸ਼ਾ ਯਾਦ ਰੱਖਣਾ
ਕਿ ਪਰਮਾਤਮਾ ਕਦੇ ਅਨਿਆਂ ਨਹੀਂ ਕਰਦਾ। ਗਰੀਬੀ ਨੂੰ ਗਾਲਾਂ ਕੱਢਣ ਵਾਲੇ, ਜ਼ਮੀਨ ਤੇ ਰਹਿਣ ਵਾਲੇ ਉਹ ਲੋਕ ਹਨ ਜਿਨ੍ਹਾਂ ਨੇ ਗਰੀਬਾਂ ਨੂੰ ਜੁਰਮ ਦੀ ਚੱਕੀ ਵਿੱਚ ਪੀਸ ਕੇ ਆਪਣੇ ਆਪ ਨੂੰ ਰੱਬ ਸਮਝ ਲਿਆ ਹੈ। ਮੈਂ ਆਪਣੇ ਪਿਤਾ ਨੂੰ ਦਿਲਾਸਾ ਦਿੱਤਾ ਅਤੇ ਘਰ ਵਾਪਸ ਆ ਗਿਆ ਅਤੇ ਉਸ ਤੋਂ ਬਾਅਦ ਪੂਰਾ 1 ਸਾਲ ਬੀਤ ਗਿਆ ਅਤੇ ਮੈਂ ਆਪਣੇ ਪਿਤਾ ਨੂੰ ਬੇਕਸੂਰ ਸਾਬਤ ਨਹੀਂ ਕਰ ਸਕਿਆ। ਮੇਰੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਮੈਂ ਇੱਕ ਚੰਗਾ ਵਕੀਲ ਕਰ ਸਕਾਂ ਅਤੇ ਆਪਣੇ ਪਿਤਾ ਲਈ ਕੇਸ ਲੜ ਸਕਾਂ। ਮੈਂ ਲੋਕਾਂ ਅੱਗੇ ਆਪਣੇ ਹੱਥ ਪੈਰ ਜੋੜੇ ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਮੇਰੇ ਪਿਤਾ ਜੀ ਬੇਕਸੂਰ ਹਨ, ਉਸ ਨੂੰ ਜੇਲ੍ਹ ਵਿੱਚੋਂ ਰਿਹਾ ਕਰਵਾ ਦਿਓ। ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। ਗਰੀਬ ਦੀ ਕੋਈ ਨਹੀਂ ਸੁਣਦਾ। ਜੇ ਤੁਹਾਡੇ ਕੋਲ ਪੈਸਾ ਹੈ ਤਾਂ ਹਰ ਕੋਈ ਤੁਹਾਡੀ ਮਦਦ ਲਈ ਅੱਗੇ ਆਉਂਦਾ ਹੈ। ਸਾਡੇ ਸਾਰੇ ਰਿਸ਼ਤੇਦਾਰਾਂ ਨੇ ਮੂੰਹ ਫੇਰ ਲਿਆ। ਸਾਡੇ ਘਰ ਕੋਈ ਨਹੀਂ ਆਉਂਦਾ ਸੀ। ਸਾਰਿਆਂ ਨੇ ਸੋਚਿਆ ਕਿ ਜੇ ਉਹ ਸਾਡੇ ਘਰ ਆਏ ਤਾਂ ਅਸੀਂ ਉਹਨਾਂ ਤੋਂ ਪੈਸੇ ਮੰਗਾਂਗੇ। ਇਸ ਮਾੜੇ ਸਮੇਂ ਵਿੱਚ ਕਿਸੇ ਨੇ ਸਾਥ ਨਹੀਂ ਦਿੱਤਾ। ਉਲਟਾ ਉਹ ਮੇਰੇ ਪਿਤਾ ਜੀ ਨੂੰ ਚੋਰ ਕਹਿਣ ਲੱਗ ਪਏ। ਮੇਰਾ ਪਿਤਾ ਚੋਰ ਨਹੀਂ। ਮੈਂ ਆਪਣੇ ਪਿਤਾ ਜੀ ਲਈ ਇਹ ਸ਼ਬਦ ਨਹੀਂ ਸੁਣ ਸਕਦਾ ਸੀ। ਹੌਲੀ ਹੌਲੀ ਮੈਂ ਲੋਕਾਂ ਨੂੰ ਮਿਲਣਾ ਬੰਦ ਕਰ ਦਿੱਤਾ। ਮਾੜੇ ਸਮੇਂ ਵਿੱਚ ਹੀ ਆਪਣੀ ਅਤੇ ਦੂਜਿਆਂ ਦੀ ਪਛਾਣ ਹੁੰਦੀ ਹੈ। ਮਾੜੇ ਸਮੇਂ ਵਿੱਚ ਸਾਡਾ ਆਪਣਾ ਕੋਈ ਨਹੀਂ ਸੀ। ਪੂਰਾ 1 ਸਾਲ ਬੀਤ ਗਿਆ ਅਤੇ ਮੈਂ ਆਪਣੇ ਪਿਤਾ ਜੀ ਨੂੰ ਬੇਕਸੂਰ ਸਾਬਤ ਨਹੀਂ ਕਰ ਸਕਿਆ। ਇਸ 1 ਸਾਲ ਵਿੱਚ ਇੱਕ ਵੀ ਰਾਤ ਅਜਿਹੀ ਨਹੀਂ ਸੀ ਜਿਸ ਵਿੱਚ ਮੈਂ ਸ਼ਾਂਤੀ ਨਾਲ ਸੋਇਆ ਹੋਵਾਂ। ਸਾਰੀ ਰਾਤ ਮੇਰੀ ਬੇਚੈਨੀ ਨਾਲ ਬੀਤ ਜਾਂਦੀ। ਮੇਰੇ ਬਾਪੂ ਦਾ ਉਹ ਬੇਵੱਸ ਚਿਹਰਾ ਮੈਨੂੰ ਤੜਫਾਉਂਦਾ ਸੀ। ਉਸ ਦੀਆਂ ਅੱਖਾਂ ਵਿਚਲੀ ਬੇਵਸੀ ਮੈਨੂੰ ਅੰਦਰੋਂ ਝੰਜੋੜ ਦਿੰਦੀ ਸੀ। ਮੈਂ ਆਪਣੇ ਪਿਤਾ ਜੀ ਲਈ ਕੁਝ ਕਰਨ ਦੇ ਯੋਗ ਨਹੀਂ ਸੀ। ਹਰ ਵਾਰ ਮੈਨੂੰ ਆਪਣੇ ਪਿਤਾ ਜੀ ਨੂੰ ਮਿਲਣ ਲਈ ਜੇਲ੍ਹ ਜਾਣਾ ਪੈਂਦਾ ਸੀ। ਪਾਪਾ ਦਾ ਵਾਪਸ ਘਰ ਆਉਣਾ ਨਸੀਬ ਨਾ ਹੋਇਆ। ਜੇਲ੍ਹ ਵਿੱਚ ਰਹਿੰਦਿਆਂ ਉਹ ਬਿਮਾਰ ਅਤੇ ਕਮਜ਼ੋਰ ਹੋ ਗਏ ਸੀ। ਮੈਂ ਆਪਣੇ ਮਾਤਾ ਪਿਤਾ ਦੇ ਦੁੱਖਾਂ ਕਾਰਨ ਬਹੁਤ ਦੁਖੀ ਹੋ ਗਿਆ ਸੀ ਅਤੇ 1 ਸਾਲ ਬਾਅਦ ਮੇਰੀ ਮਾਂ ਦਾ ਸਬਰ ਵੀ ਮੁੱਕ ਗਿਆ ਅਤੇ ਉਹ ਮੇਰੇ ਪਿਤਾ ਜੀ ਦੀ ਉਡੀਕ ਵਿੱਚ ਇਸ ਸੰਸਾਰ ਨੂੰ ਛੱਡ ਗਈ। ਮੈਂ ਅਜੇ ਪਿਤਾ ਜੀ ਨੂੰ ਮਾਂ ਦੀ ਮੌਤ ਬਾਰੇ ਦੱਸਣ ਬਾਰੇ ਸੋਚ ਹੀ ਰਿਹਾ ਸੀ ਕਿ ਇੱਕ ਦਿਨ ਸਾਨੂੰ ਪਿਤਾ ਜੀ ਦੀ ਮੌਤ ਦੀ ਖਬਰ ਮਿਲ ਗਈ। ਉਹ ਦੋਵੇਂ ਜਣੇ ਦੁਨੀਆ ਵੱਲੋਂ ਦਿੱਤੇ ਦੁੱਖ ਅਤੇ ਬੇਇੱਜ਼ਤੀ ਨੂੰ ਸਹਾਰ ਨਾ ਸਕੇ ਅਤੇ ਇਸ ਸੰਸਾਰ ਨੂੰ ਛੱਡ ਗਏ। ਮੈਂ ਉਹਨਾਂ ਦੀ ਮੌਤ ਦੇ ਦੁੱਖ ਨੂੰ ਆਪਣੇ ਦਿਲ ਵਿੱਚ ਲੈ ਕੇ ਮੈਂ ਆਪਣੀ ਪਤਨੀ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਮਜ਼ਦੂਰੀ ਕਰਨ ਲੱਗ ਪਿਆ ਸੀ। ਪਰ ਪਤਾ ਨਹੀਂ ਕਿਸਮਤ ਨੂੰ ਕੀ ਮਨਜ਼ੂਰ ਸੀ ਜੋ ਮੇਰਾ ਕੰਮ ਹਰ ਪਾਸੇ ਤੋਂ ਬੰਦ ਹੋਣ ਲੱਗਾ ਸੀ। ਮੈਂ 2 ਸਾਲ ਮਿਹਨਤ ਕਰਨ ਵਿੱਚ ਖਰਾਬ ਕਰ ਦਿੱਤੇ, ਪਰ ਹੁਣ ਘਰ ਵਿੱਚ ਖਾਣ ਲਈ ਕੁਝ ਨਹੀਂ ਸੀ। ਮੈਂ ਆਪਣੀਆਂ ਮਾਸੂਮ ਕੁੜੀਆਂ ਨੂੰ ਭੁੱਖ ਨਾਲ ਰੋਂਦੇ ਦੇਖ ਕੇ ਥੱਕ ਗਿਆ ਸੀ। ਮੈਂ ਲੋਕਾਂ ਤੋਂ ਕਰਜ਼ਾ ਵੀ ਲਿਆ। ਆਖਰ ਕੌਣ ਕਿਸੇ ਨੂੰ ਕਿੰਨਾ ਚਿਰ ਕਰਜ਼ਾ ਦਿੰਦਾ। ਅਤੇ ਇੱਕ ਦਿਨ ਮੈਂ ਆਪਣੇ ਇੱਕ ਦੋਸਤ ਦੇ ਅੱਗੇ ਬਹੁਤ ਹੱਥ ਪੈਰ ਜੋੜੇ ਅਤੇ ਉਸ ਤੋਂ ਕਰਜ਼ ਲੈ ਕੇ ਕਤਰ ਚਲਾ ਗਿਆ। ਮੈਂ ਉੱਥੇ ਇੱਕ ਮਾਲ ਵਿੱਚ ਸਫਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਮੈਂ ਘਰ ਪੈਸੇ ਨਹੀਂ ਭੇਜ ਸਕਿਆ ਕਿਉਂਕਿ ਜਿਸ ਆਦਮੀ ਨੇ ਮੈਨੂੰ ਨੌਕਰੀ ਤੇ ਰੱਖਿਆ ਹੋਇਆ ਸੀ ਉਹ ਧੋਖੇ ਨਾਲ ਮੇਰੀ ਅੱਧੀ ਤੋਂ ਜ਼ਿਆਦਾ ਤਨਖਾਹ ਆਪ ਲੈ ਰਿਹਾ ਸੀ ਅਤੇ ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ। ਪਰ ਮੈਂ ਕੁਝ ਨਹੀਂ ਕਰ ਸਕਦਾ ਸੀ। ਮੈਨੂੰ ਜੋ ਪੈਸੇ ਮਿਲਦੇ ਸੀ ਉਹ ਆਪਣੇ ਖਰਚੇ ਲਈ ਵਰਤ ਲੈਂਦਾ ਸੀ। ਮੈਂ 1 ਰੁਪਇਆ ਵੀ ਘਰ ਨਹੀਂ ਭੇਜ ਸਕਿਆ ਸੀ। ਪਰ ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਫੋਨ ਤੇ ਦੱਸਿਆ, ਤੁਹਾਡੇ ਵੱਲੋਂ ਭੇਜੇ 2 ਲੱਖ ਰੁਪਏ ਨਾਲ ਮੈਂ ਆਪਣੀਆਂ ਧੀਆਂ ਲਈ ਖਰੀਦਦਾਰੀ ਕੀਤੀ ਹੈ ਅਤੇ ਛੋਟਾ-ਮੋਟਾ ਕਰਜ਼ਾ ਵੀ ਵਾਪਸ ਕਰ ਦਿੱਤਾ ਹੈ। ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਕਿਉਂਕਿ ਮੈਂ ਘਰ 1 ਰੁਪਇਆ ਵੀ ਨਹੀਂ ਭੇਜਿਆ ਸੀ। ਮੈਂ ਅਸਲ ਵਿੱਚ ਆਪਣੀ ਪਤਨੀ ਦੀ ਖੁਸ਼ੀ ਅਤੇ ਆਪਣੀਆਂ ਧੀਆਂ ਦੀ ਖੁਸ਼ੀ ਲਈ ਚੁੱਪ ਹੋ ਗਿਆ ਸੀ ਅਤੇ ਕਾਲ ਡਿਸਕਨੈਕਟ ਕਰਨ ਤੋਂ ਬਾਅਦ ਮੈਂ ਡੂੰਘੀਆਂ ਸੋਚਾਂ ਵਿੱਚ ਚਲਾ ਗਿਆ। ਮੈਂ ਅਜੇ ਉਸ ਗੱਲ ਨੂੰ ਭੁੱਲ ਵੀ ਨਹੀਂ ਸਕਿਆ ਸੀ ਕਿ ਅਗਲੇ ਮਹੀਨੇ ਫਿਰ ਮੇਰੀ ਪਤਨੀ ਨੇ ਕਿਹਾ ਕਿ ਇਸ ਵਾਰ ਤੁਸੀਂ ਜੋ 2 ਲੱਖ ਰੁਪਏ ਭੇਜੇ ਸਨ ਉਸ ਨਾਲ ਮੈਂ ਕੁਝ ਘਰੇਲੂ ਸਮਾਨ ਖਰੀਦ ਲਿਆ ਹੈ ਅਤੇ ਸਾਡੀਆਂ ਧੀਆਂ ਦਾ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਹੈ। ਮੈਂ ਸੁਣ ਕੇ ਹੈਰਾਨ ਰਹਿ ਗਿਆ। ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਪੈਸੇ ਕਿਸ ਨੇ ਦਿੱਤੇ ਹਨ ਤਾਂ ਉਸਨੇ ਕਿਹਾ ਕਿ ਜੋ ਆਦਮੀ ਆਇਆ ਸੀ ਉਸਨੇ ਕਿਹਾ ਸੀ ਕਿ ਇਹ ਪੈਸੇ ਤੁਹਾਡੇ ਪਤੀ ਨੇ ਭੇਜੇ ਹਨ। ਮੈਂ ਆਪਣੀ ਪਤਨੀ ਨੂੰ ਰੋਕਣਾ ਚਾਹੁੰਦਾ ਸੀ, ਪਰ ਹਰ ਵਾਰ ਮੇਰੀਆਂ ਧੀਆਂ ਉਹਨਾਂ ਪੈਸਿਆਂ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਸਨ ਅਤੇ ਖੁਸ਼ੀ-ਖੁਸ਼ੀ ਨਾਲ ਮੈਨੂੰ ਦੱਸਦੀਆਂ ਤਾਂ ਮੇਰੀ ਜ਼ੁਬਾਨ ਬੰਦ ਹੋ ਜਾਂਦੀ। ਅਤੇ ਜਦੋਂ ਮੇਰੀ ਵੱਡੀ ਧੀ ਨੇ ਖੁਸ਼ੀ ਨਾਲ ਮੈਨੂੰ ਦੱਸਿਆ ਕਿ ਮੰਮੀ ਨੇ ਮੈਨੂੰ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਹੈ ਅਤੇ ਮੈਂ ਹਰ ਰੋਜ਼ ਸਕੂਲ ਜਾਂਦੀ ਹਾਂ, ਇਸ ਲਈ ਮੈਂ ਉਸਦੀ ਖੁਸ਼ੀ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਸੀ। ਮੈਂ ਉਸਦੀ ਖੁਸ਼ੀ ਦੀ ਚੀਕਦੀ ਆਵਾਜ਼ ਨੂੰ ਉਦਾਸੀ ਵਿੱਚ ਨਹੀਂ ਬਦਲਣਾ ਚਾਹੁੰਦਾ ਸੀ। ਪਰ ਹੁਣ ਮੇਰੀ ਪਤਨੀ ਨੂੰ ਲਗਾਤਾਰ ਕਈ ਮਹੀਨਿਆਂ ਤੋਂ ਇਸ ਤਰ੍ਹਾਂ 2 ਲੱਖ ਰੁਪਏ ਮਿਲਣ ਲੱਗੇ, ਇਸ ਲਈ ਹੁਣ ਮੈਂ ਚਿੰਤਤ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਕੌਣ ਸੀ ਜੋ ਮੇਰੇ ਨਾਮ ਤੇ ਹਰ ਮਹੀਨੇ ਮੇਰੇ ਘਰ 2 ਲੱਖ
ਲੱਖ ਰੁਪਏ ਦਿੰਦਾ ਸੀ। ਮੇਰੀ ਪਤਨੀ ਇੱਕ ਜਵਾਨ ਔਰਤ ਸੀ ਅਤੇ ਮੈਂ 3 ਧੀਆਂ ਦਾ ਪਿਤਾ ਸੀ। ਇਹ ਗੱਲ ਹੁਣ ਮੈਨੂੰ ਪਰੇਸ਼ਾਨ ਕਰ ਰਹੀ ਸੀ। ਇੰਨੀ ਵੱਡੀ ਰਕਮ ਦੇ ਬਦਲੇ ਕੱਲ ਨੂੰ ਕੁਝ ਵੀ ਕੀਤਾ ਜਾ ਸਕਦਾ ਸੀ। ਇਸ ਵਾਰ ਮੇਰੀ ਪਤਨੀ ਨੇ ਮੇਰੀ ਜਾਨ ਹੀ ਕੱਢ ਦਿੱਤੀ, ਕਿਉਂਕਿ ਇਸ ਵਾਰ ਉਸ ਵਿਅਕਤੀ ਨੇ 50 ਲੱਖ ਰੁਪਏ ਦੀ ਪੂਰੀ ਰਕਮ ਹੀ ਦੇ ਦਿੱਤੀ ਸੀ ਅਤੇ ਮੇਰੀ ਪਤਨੀ ਨੇ ਨਵਾਂ ਘਰ ਵੀ ਖਰੀਦ ਲਿਆ ਸੀ। ਇਸ ਵਾਰ ਮੈਂ ਆਪਣੇ ਸਾਰੇ ਕੰਮ ਛੱਡ ਕੇ ਹਿੰਦੁਸਤਾਨ ਘਰ ਵਾਪਸ ਆ ਗਿਆ, ਪਰ ਘਰ ਦੇ ਹਾਲਾਤ ਬਦਲ ਗਏ ਸਨ। ਘਰ ਵਿੱਚ ਚੰਗਾ ਖਾਣ ਪੀਣ ਅਤੇ ਮੇਰੀ ਪਤਨੀ ਨੇ ਹਰ ਮਹੀਨੇ ਮਿਲਣ ਵਾਲੇ 2 ਲੱਖ ਰੁਪਏ ਵਿੱਚੋਂ ਮੇਰਾ ਕਰਜ਼ ਵੀ ਅਦਾ ਕਰ ਦਿੱਤਾ ਸੀ। ਉਸਨੇ ਨਵਾਂ ਘਰ ਵੀ ਖਰੀਦ ਲਿਆ ਸੀ। ਮੇਰੀ ਜ਼ਿੰਦਗੀ ਸੌਖੀ ਹੋ ਗਈ ਸੀ, ਪਰ ਮੈਨੂੰ ਪੈਸੇ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਇੰਨੇ ਪੈਸੇ ਦੇਣ ਦਾ ਕਾਰਨ ਪਤਾ ਕਰਨਾ ਸੀ। ਮੈਂ ਮਹੀਨਾ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗਾ ਅਤੇ ਜਦੋਂ ਉਹ ਆਦਮੀ ਪੈਸੇ ਦੇਣ ਆਇਆ ਤਾਂ ਮੈਂ ਦਰਵਾਜ਼ਾ ਖੋਲ੍ਹਿਆ। ਮੈਨੂੰ ਦੇਖ ਕੇ ਉਹ ਬੰਦਾ ਡਰ ਗਿਆ। ਮੈਂ ਉਸ ਨੂੰ ਰੋਕ ਕੇ ਸ਼ਾਂਤੀ ਨਾਲ ਪੁੱਛਿਆ ਕਿ ਤੂੰ ਕੌਣ ਹੈ ਤੇ ਹਰ ਮਹੀਨੇ ਮੇਰੇ ਘਰ ਪੈਸੇ ਦੇਣ ਕਿਉਂ ਆਉਂਦਾ ਹੈ। ਮੇਰੇ ਸਵਾਲ ਤੇ ਉਸ ਨੇ ਸਿਰ ਝੁਕਾ ਲਿਆ ਤੇ ਕੁਝ ਨਾ ਬੋਲਿਆ। ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ, ਦੱਸ ਤੂੰ ਕੌਣ ਹੈ ਤੇ ਮੇਰੇ ਘਰ ਪੈਸੇ ਕਿਉਂ ਲਿਆਉਂਦਾ ਹੈ। ਤਾਂ ਉਸ ਆਦਮੀ ਨੇ ਕਿਹਾ ਕਿ ਮੈਂ ਉਸੇ ਆਦਮੀ ਦਾ ਪੁੱਤਰ ਹਾਂ ਜਿਸ ਨੇ ਤੇਰੇ ਪਿਤਾ ਨੂੰ ਚੋਰੀ ਦੇ ਦੋਸ਼ ਵਿੱਚ ਜੇਲ੍ਹ ਕਰਵਾ ਦਿੱਤੀ ਸੀ। ਇਹ ਸੁਣ ਕੇ ਮੇਰੇ ਅੰਦਰ ਗੁੱਸੇ ਦੀ ਲਹਿਰ ਦੌੜ ਗਈ, ਪਰ ਮੈਂ ਉਸ ਨੂੰ ਉਸ ਦੇ ਪਿਤਾ ਵਾਂਗ ਘਰੋਂ ਬਾਹਰ ਨਹੀਂ ਕੱਢ ਸਕਦਾ ਸੀ। ਪਰ ਮੈਂ ਉਸ ਨੂੰ ਇਹ ਜ਼ਰੂਰ ਕਿਹਾ ਕਿ ਮੈਂ ਤੇਰੇ ਵਰਗੇ ਪੱਥਰ ਦਿਲ ਲੋਕਾਂ ਦਾ ਪੈਸਾ ਨਹੀਂ ਲੈਣਾ ਚਾਹੁੰਦਾ, ਇਸ ਲਈ ਇਹ ਪੈਸਾ ਵਾਪਸ ਲੈ ਜਾਓ। ਮੇਰੀ ਗੱਲ ਸੁਣ ਕੇ ਉਸ ਲੜਕੇ ਨੇ ਕਿਹਾ ਕਿ ਤੁਸੀਂ ਇਹ ਨਹੀਂ ਜਾਣਨਾ ਚਾਹੋਗੇ ਕਿ ਮੈਂ ਤੁਹਾਡੇ ਘਰ ਇੰਨੀ ਵੱਡੀ ਰਕਮ ਕਿਉਂ ਦਿੰਦਾ ਹਾਂ। ਉਸ ਦਾ ਇਹ ਸਵਾਲ ਜਾਣ ਕੇ ਮੈਂ ਹੈਰਾਨ ਰਹਿ ਗਿਆ ਸੀ। ਮੈਂ ਕਾਰਨ ਜਾਣਨਾ ਚਾਹੁੰਦਾ ਸੀ। ਜਦੋਂ ਮੈਂ ਚੁੱਪ ਰਿਹਾ ਤਾਂ ਉਸ ਲੜਕੇ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਅਤੇ ਉਸਦੇ ਇਹ ਸਵਾਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਉਸ ਮੁੰਡੇ ਵੱਲ ਦੇਖ ਰਿਹਾ ਸੀ ਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈਆਂ ਸਨ। ਉਹ ਦੱਸਣ ਲੱਗਾ ਕਿ ਜਦੋਂ ਮੇਰੇ ਘਰ ਚੋਰੀ ਹੋਈ ਤਾਂ ਮੈਂ ਹੋਸਟਲ ਵਿੱਚ ਰਹਿ ਕੇ ਪੜ੍ਹਦਾ ਸੀ। ਮੈਂ ਆਪਣੇ ਵੱਡੇ ਭਰਾ ਅਤੇ ਭੈਣ ਦੇ ਵਿਆਹ ਲਈ ਉਸ ਦਿਨ ਘਰ ਆਇਆ ਸੀ। ਜਦੋਂ ਮੈਂ ਉਸ ਦਿਨ ਘਰ ਪਹੁੰਚਿਆ ਤਾਂ ਤੁਸੀਂ ਮੇਰੇ ਪਿਤਾ ਜੀ ਅੱਗੇ ਹੱਥ ਪੈਰ ਜੋੜ ਕੇ ਆਪਣੇ ਪਿਤਾ ਜੀ ਨੂੰ ਬੇਕਸੂਰ ਕਹਿ ਰਹੇ ਸੀ ਅਤੇ ਕਹਿ ਰਹੇ ਸੀ ਕਿ ਮੇਰਾ ਪਿਤਾ ਜੀ ਚੋਰ ਨਹੀਂ ਹੈ। ਉਸ ਨੇ ਤੁਹਾਡੇ ਘਰੋਂ ਕੁਝ ਨਹੀਂ ਚੋਰੀ ਕੀਤਾ। ਉਹਨਾਂ ਨੂੰ ਪੁਲਿਸ ਤੋਂ ਰਿਹਾ ਕਰਵਾ ਦਿਓ ਅਤੇ ਤੁਹਾਨੂੰ ਮੇਰੇ ਪਿਤਾ ਦੇ ਹੱਥੋਂ ਧੱਕੇ ਅਤੇ ਕੁੱਟ ਖਾਣੀ ਪਈ। ਤੇਰੀ ਹਾਲਤ ਦੇਖ ਕੇ ਮੈਂ ਬਹੁਤ ਦੁਖੀ ਹੋਇਆ। ਮੈਨੂੰ ਤੁਹਾਡੇ ਚਿਹਰੇ ਤੇ ਸੱਚ ਮਹਿਸੂਸ ਹੋਇਆ, ਜਿਵੇਂ ਤੁਸੀਂ ਸੱਚ ਬੋਲ ਰਹੇ ਸੀ। ਤੁਹਾਡਾ ਪਿਤਾ ਚੋਰੀ ਨਹੀਂ ਕਰ ਸਕਦਾ, ਕਿਉਂਕਿ ਸੱਚ ਤੁਹਾਡੇ ਚਿਹਰੇ ਤੇ ਟਪਕ ਰਿਹਾ ਸੀ। ਅਤੇ ਫਿਰ ਮੁੰਡੇ ਨੇ ਦੱਸਿਆ ਕਿ ਮੇਰੇ ਘਰ ਹੋਈ ਚੋਰੀ ਪਿੱਛੇ ਮੇਰੀ ਭੈਣ ਦਾ ਹੱਥ ਸੀ। ਉਸ ਦਾ ਕਿਸੇ ਲੜਕੇ ਨਾਲ ਅਫੇਅਰ ਚੱਲ ਰਿਹਾ ਸੀ ਅਤੇ ਉਹ ਆਪਣੇ ਵਿਆਹ ਤੋਂ ਦੁਖੀ ਸੀ। ਉਸ ਦਿਨ ਮਾਤਾ ਪਿਤਾ ਨਾਲ ਘਰੋਂ ਨਿਕਲਦੇ ਸਮੇਂ ਉਸ ਨੇ ਖੁਦ ਹੀ ਆਪਣੇ ਪ੍ਰੇਮੀ ਨੂੰ ਕਿਹਾ ਸੀ ਕਿ ਘਰ ਖਾਲੀ ਹੈ। ਅਤੇ ਫਿਰ ਜਿਵੇਂ ਹੀ ਤੇਰਾ ਪਿਤਾ ਘਰੋਂ ਨਿਕਲਿਆ ਤਾਂ ਮੇਰੀ ਭੈਣ ਦਾ ਪ੍ਰੇਮੀ ਆਪਣੇ ਦੋਸਤਾਂ ਨਾਲ ਘਰ ਵਿੱਚ ਦਾਖਲ ਹੋ ਗਿਆ। ਉਹ ਪੈਸੇ ਅਤੇ ਸੋਨਾ ਚੋਰੀ ਕਰਕੇ ਭੱਜ ਗਏ ਸੀ ਅਤੇ ਦੋਵਾਂ ਵਿਚਾਲੇ ਤੈਅ ਹੋਇਆ ਸੀ ਕਿ ਉਹ ਘਰੋਂ ਭੱਜ ਕੇ ਵਿਆਹ ਕਰਨਗੇ। ਪਰ ਉਹ ਮੁੰਡਾ ਚੋਰੀ ਕਰਕੇ ਮੇਰੀ ਭੈਣ ਨੂੰ ਧੋਖਾ ਦੇ ਕੇ ਚਲਾ ਗਿਆ ਅਤੇ ਕਦੇ ਵਾਪਸ ਨਹੀਂ ਆਇਆ। ਮੇਰੀ ਭੈਣ ਦਾ ਵਿਆਹ ਹੋ ਗਿਆ, ਪਰ ਉਸ ਲੜਕੇ ਨੇ ਮੇਰੀ ਭੈਣ ਨੂੰ ਬਲੈਕਮੇਲ ਕਰਕੇ ਹੋਰ ਪੈਸੇ ਮੰਗਣ ਲੱਗਾ ਕਿ ਜੇਕਰ ਤੁਸੀਂ ਮੈਨੂੰ ਹੋਰ ਪੈਸੇ ਨਾ ਦਿੱਤੇ ਤਾਂ ਮੈਂ ਸਭ ਨੂੰ ਤੁਹਾਡੀ ਸਾਰੀ ਸੱਚਾਈ ਦੱਸ ਦਿਆਂਗਾ। ਅਤੇ ਫਿਰ ਮੇਰੀ ਭੈਣ ਦੇ ਪਤੀ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ ਸੀ ਅਤੇ ਉਸਨੇ ਮੇਰੀ ਭੈਣ ਨੂੰ ਤਲਾਕ ਦੇ ਕੇ ਘਰ ਭੇਜ ਦਿੱਤਾ। ਜਦੋਂ ਮੈਨੂੰ ਸੱਚਾਈ ਦਾ ਪਤਾ ਲੱਗਾ ਤਾਂ ਮੈਂ ਵੀ ਆਪਣੇ ਪਿਤਾ ਨੂੰ ਉਸ ਗਰੀਬ ਮਜ਼ਦੂਰ ਨੂੰ ਜੇਲ੍ਹ ਵਿੱਚੋਂ ਛੁਡਵਾਉਣ ਲਈ ਮਨਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਬੇਕਸੂਰ ਸੀ। ਪਰ ਮੇਰੇ ਪਿਤਾ ਜੀ ਆਪਣੀ ਇੱਜ਼ਤ ਕਰਕੇ ਚੁੱਪ ਰਹੇ। ਜੇ ਤੁਹਾਡੇ ਪਿਤਾ ਨੂੰ ਬੇਕਸੂਰ ਕਰਾਰ ਦਿੱਤਾ ਗਿਆ ਹੁੰਦਾ ਤਾਂ ਮੇਰੇ ਪਿਤਾ ਨੂੰ ਆਪਣੀ ਧੀ ਦਾ ਰਾਜ ਖੋਲ੍ਹਣਾ ਪੈਂਦਾ। ਉਹ ਅਤਿਆਚਾਰ ਕਰਦਾ ਰਿਹਾ। ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਲਾਚਾਰ ਅਤੇ ਮਜਬੂਰ ਗਰੀਬ ਤੇ ਤਸ਼ੱਦਦ ਕੀਤਾ ਜਾਵੇ ਤਾਂ ਉਸ ਦੀ ਹਾਏ ਅਸਮਾਨ ਨੂੰ ਹਿਲਾ ਦਿੰਦੀ ਹੈ। ਤਾਂ ਮੇਰੇ ਪਿਤਾ ਜੀ ਨੂੰ ਵੀ ਸਜ਼ਾ ਮਿਲ ਗਈ ਸੀ। ਮੇਰੇ ਪਿਤਾ ਜੀ ਨੂੰ ਕੈਂਸਰ ਹੋ ਗਿਆ। ਪੈਸਾ ਪਾਣੀ ਵਾਂਗ ਬਰਬਾਦ ਹੋ ਗਿਆ, ਪਰ ਫਿਰ ਵੀ ਮੇਰੇ ਪਿਤਾ ਜੀ ਨਹੀਂ ਬਚ ਸਕੇ। ਜਦੋਂ ਉਹ ਜ਼ਾਲਮ 1 ਸਾਲ ਬਾਅਦ ਮਰ ਗਿਆ ਤਾਂ ਮੈਂ ਜੇਲ੍ਹ ਵਿੱਚ ਤੇਰੇ ਪਿਤਾ ਜੀ ਕੋਲ ਗਿਆ ਅਤੇ ਸਾਰੀ ਸੱਚਾਈ ਦੱਸੀ। ਮੈਂ ਇੱਕ ਭਾਵੁਕ ਲੜਕਾ ਸੀ। ਮੈਂ ਪੁਲਿਸ ਨੂੰ ਸਾਰੀ ਕਹਾਣੀ ਦੱਸਣਾ ਚਾਹੁੰਦਾ ਸੀ ਤਾਂ ਜੋ ਤੁਹਾਡਾ ਪਿਤਾ ਜੇਲ੍ਹ ਤੋਂ ਬਾਹਰ ਆ ਸਕੇ, ਪਰ ਤੇਰੇ ਪਿਤਾ ਨੇ ਮੈਨੂੰ ਇਸ ਸਭ ਵਿੱਚ ਮੇਰੀ ਭੈਣ ਨੂੰ ਬਦਨਾਮ ਕਰਨ ਤੋਂ ਰੋਕਿਆ।
ਤੁਹਾਡੇ ਪਿਤਾ ਜੀ ਬਹੁਤ ਮਹਾਨ ਸਨ। ਉਸ ਨੇ ਮੈਨੂੰ ਕਿਹਾ ਕਿ ਅਜਿਹਾ ਕਰਨ ਨਾਲ ਤੇਰੀ ਭੈਣ ਦੀ ਬੇਇੱਜ਼ਤੀ ਹੋਵੇਗੀ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਭੈਣ ਜਾਂ ਧੀ ਬਦਨਾਮ ਹੋਵੇ। ਤੂੰ ਆਪਣੀ ਭੈਣ ਦਾ ਵਿਆਹ ਕਿਸੇ ਚੰਗੇ ਮੁੰਡੇ ਨਾਲ ਕਰਵਾ ਦੇਣਾ, ਇਸ ਲਈ ਮੇਰੀ ਚਿੰਤਾ ਨਾ ਕਰੋ। ਮੈਂ ਬੁੱਢਾ ਹਾਂ, ਮੇਰਾ ਬੁਢਾਪਾ ਗੁਜ਼ਰ ਜਾਵੇਗਾ। ਇਸ ਤੋਂ ਕੁਝ ਦਿਨਾਂ ਬਾਅਦ ਤੇਰੇ ਪਿਤਾ ਦੀ ਮੌਤ ਹੋ ਗਈ, ਪਰ ਜਾਂਦੇ ਸਮੇਂ ਤੇਰੇ ਪਿਤਾ ਜੀ ਮੈਨੂੰ ਆਪਣਾ ਕਰਜ਼ਦਾਰ ਬਣਾ ਗਏ। ਫਿਰ ਉਹ ਲੜਕਾ ਬੋਲਿਆ ਕਿ ਇਹ ਪੈਸਾ ਉਸ ਬੇਇੱਜ਼ਤੀ ਦੇ ਮੁਕਾਬਲੇ ਕੁਝ ਵੀ ਨਹੀਂ ਹੈ ਜੋ ਤੁਹਾਡੇ ਪਾਪਾ ਅਤੇ ਤੁਹਾਡੇ ਪਰਿਵਾਰ ਨੇ ਚੱਕੀ ਸੀ। ਉਹ ਕਹਿ ਰਿਹਾ ਸੀ ਕਿ ਇਹ ਪੈਸਾ ਸਿਰਫ ਉਸ ਦੋਸ਼ ਦਾ ਮੁਆਵਜ਼ਾ ਹੈ ਜੋ ਮੇਰੇ ਪਿਤਾ ਨੇ ਤੁਹਾਡੇ ਪਿਤਾ ਤੇ ਲਗਾਇਆ ਸੀ। ਉਹ ਲੜਕਾ ਵੀ ਮੇਰੇ ਤੋਂ ਮਾਫੀ ਮੰਗਣ ਮੇਰੇ ਘਰ ਆਇਆ ਸੀ। ਉਦੋਂ ਤੱਕ ਮੈਂ ਕਤਰ ਚਲਾ ਗਿਆ ਸੀ। ਉਸ ਲੜਕੇ ਦਾ ਨਾਮ ਰੋਹਿਤ ਸੀ। ਉਸਨੇ ਮੈਨੂੰ ਕਿਹਾ ਕਿ ਤੁਸੀਂ ਮੇਰੀ ਕੰਪਨੀ ਵਿੱਚ ਕੰਮ ਕਰ ਸਕਦੇ ਹੋ। ਜੇਕਰ ਤੁਸੀਂ ਮੇਰੀ ਕੰਪਨੀ ਵਿੱਚ ਕੰਮ ਕਰੋਗੇ ਤਾਂ ਮੈਨੂੰ ਖੁਸ਼ੀ ਹੋਵੇਗੀ। ਰੋਹਿਤ ਦੀਆਂ ਗੱਲਾਂ ਸੁਣ ਕੇ ਮੈਂ ਖੁਸ਼ ਹੋ ਗਿਆ ਸੀ। ਦੁਨੀਆ ਵਿੱਚ ਬਹੁਤ ਘੱਟ ਲੋਕ ਹੁੰਦੇ ਹਨ ਜੋ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਕੇ ਉਹਨਾਂ ਨੂੰ ਸੁਧਾਰਦੇ ਹਨ। ਮੇਰਾ ਰੋਹਿਤ ਨਾਲ ਕੋਈ ਬੈਰ ਨਹੀਂ ਸੀ ਅਤੇ ਫਿਰ ਉਸ ਦੇ ਨਾਲ ਕੰਮ ਕਰਕੇ ਮੈਂ ਆਤਮ ਸਨਮਾਨ ਨਾਲ ਪੈਸਾ ਕਮਾ ਸਕਦਾ ਸੀ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਦਾ ਸੀ। ਰੋਹਿਤ ਨੇ ਮੇਰੇ ਤੋਂ ਮਾਫੀ ਮੰਗੀ ਅਤੇ ਮੈਨੂੰ ਇਹ ਸਭ ਦੱਸ ਕੇ ਚਲਾ ਗਿਆ ਅਤੇ ਮੈਂ ਸੋਚ ਰਿਹਾ ਸੀ ਕਿ ਕੀ ਇਹ ਪੈਸਾ ਮੇਰੇ ਪਿਤਾ ਦੀ ਇੱਜ਼ਤ ਅਤੇ ਉਹ ਚੰਗੇ ਸਮੇਂ ਨੂੰ ਵਾਪਸ ਲਿਆ ਸਕਦਾ ਸੀ। ਸ਼ਾਇਦ ਨਹੀਂ, ਪਰ ਰੋਹਿਤ ਅਜਿਹਾ ਨਹੀਂ ਸੋਚਦਾ। ਉਸਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਕਿ ਇੱਕ ਚੰਗਾ ਜਾਂ ਮਾੜਾ ਵਿਅਕਤੀ ਹਰ ਯੁੱਗ ਵਿੱਚ ਲੱਭਿਆ ਜਾ ਸਕਦਾ ਹੈ ਅਤੇ ਉਹ ਵੀ ਇੱਕ ਜ਼ਾਲਮ ਪਿਤਾ ਦਾ ਇੱਕ ਨਰਮ ਦਿਲ ਪੁੱਤਰ ਸੀ ਜਿਸ ਕੋਲ ਪੈਸਾ ਵੀ ਬਹੁਤ ਸੀ ਤੇ ਨੇਕ ਵੀ। ਸੋ ਦੋਸਤੋ, ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।